इंटरनेशनल मोबिलिटी प्रोग्राम ਦੇ ਵਿੱਚ ਕਈ ਕਿਸਮ ਦੇ ਫਰਾਡ ਹੋ ਰਹੇ ਨੇ। ਜਿਵੇਂ ਮੈਂ ਕੈਨੇਡਾ ਦੇ ਜਿਹੜੇ ਵਰਕ ਪਰਮਿਟ ਔਰ ਪੀਆਰ ਬਾਰੇ ਗੱਲ ਕੀਤੀ, ਉਹਨਾਂ ਦੇ ਫਰਾਡਸ ਬਾਰੇ ਗੱਲ ਕੀਤੀ, ਔਰ ਸ਼ੈਂਗਨ ਕੰਟਰੀਜ਼ ਦੇ ਵੀ ਬਾਰੇ ਗੱਲ ਕੀਤੀ। ਅੱਜ ਇੰਟਰਨੈਸ਼ਨਲ ਜਿਹੜੀ ਮੋਬਿਲਿਟੀ ਪ੍ਰੋਗਰਾਮ ਹੈ ਉਹਦੇ ਬਾਰੇ ਗੱਲ ਕਰਾਂਗੇ। ਸੋ 15 ਮਿੰਟ ਜੁੜੇ ਰਹੀਓ। ਇਹ ਕਿਹਨਾਂ ਲਈ ਬਣਿਆ ਹੈ, ਕਿਹਨਾਂ ਲਈ ਨਹੀਂ ਬਣਿਆ ਹੈ, ਕਿਹੜੇ ਉੱਥੇ ਜਾ ਕੇ ਵਰਕ ਪਰਮਿਟ ਪੀਆਰ ਲੈ ਸਕਦੇ ਨੇ, ਕਿਹੜੇ ਨਹੀਂ ਲੈ ਸਕਦੇ, ਕਿਹੜੇ ਲੋਕ ਝਾਂਸੇ ਵਿੱਚ ਆ ਜਾਂਦੇ ਨੇ। ਸੋ ਇਹ ਸਾਰੀ ਗੱਲਾਂ ਦਾ ਆਪਾਂ ਵੇਰਵਾ ਅਗਲੇ 15 ਮਿੰਟ 'ਚ ਕਰਾਂਗੇ। ਮੈਂ ਦੀਪ ਅਰੋੜਾ, ਡਾਇਰੈਕਟਰ ਮਾਈ ਵੀਜ਼ਾ ਓਵਰਸੀਜ਼ ਸੇਲਸ ਐਂਡ ਮਾਰਕੀਟਿੰਗ, ਕੁਮਾਰ ਮੰਡੀ ਲੁਧਿਆਣਾ ਤੋਂ ਮੈਂ ਲਾਈਵ ਹਾਂ। ਔਰ ਮਕਸਦ ਅਗੇਨ ਉਹੀ ਕਿ ਅਵੇਅਰ ਕਰਨਾ। ਔਰ ਸਾਡਾ ਸੈਕਿੰਡ ਆਫਿਸ ਸ਼੍ਰੀ ਗੰਗਾ ਨਗਰ, ਜਿੱਥੇ ਮਿਸਟਰ ਸਿਕੰਦਰ ਅਰੋੜਾ ਆਫਿਸ ਨੂੰ ਆਪਰੇਟ ਕਰ ਰਹੇ ਨੇ। ਕਿਸੇ ਵੀ ਕਿਸਮ ਦੀ ਜੇ ਤੁਹਾਨੂੰ ਕੋਈ ਇਨਕੁਆਇਰੀਜ਼ ਹੁੰਦੀ ਹੈ ਸ਼੍ਰੀ ਗੰਗਾ ਨਗਰ ਰਾਜਸਥਾਨ ਦੀਆਂ, ਤੇ ਤੁਸੀਂ ਉਹਨਾਂ ਕੋਲ ਜਾ ਕੇ ਆਪਣੀ ਜਿਹੜੀ ਇਨਕੁਆਇਰੀਜ਼ ਨੇ ਉਹ ਸੋਲਵ ਕਰ ਸਕਦੇ ਹੋ। ਇੰਟਰਨੈਸ਼ਨਲ ਜਿਹੜਾ ਮੋਬਿਲਿਟੀ ਪ੍ਰੋਗਰਾਮ ਹੈ, ਇਹਨੂੰ ਬਹੁਤ ਹੀ ਗਲਤ ਤਰੀਕੇ ਨਾਲ ਸੈਲ ਕੀਤਾ ਗਿਆ। ਹੁਣ ਵੀ ਸੈਲ ਕੀਤਾ ਜਾ ਰਿਹਾ। ਕੁਝ ਕਾਲਸ ਆਈਆਂ ਕਿ ਬਹੁਤ ਹੈਵੀ ਅਮਾਊਂਟ ਚਾਰਜ ਕੀਤੀ ਜਾਂਦੀ, ਜਦ ਕਿ ਇਹ ਜਿਹੜਾ ਪ੍ਰੋਗਰਾਮ ਹੈ ਇਹ ਸਭ ਦੇ ਲਈ ਨਹੀਂ ਬਣਿਆ ਹੋਇਆ। ਇਹ ਕੁਛ ਲੋਕਾਂ ਲਈ ਬਣਿਆ ਹੋਇਆ। ਉਹ ਕਿਹੜੇ ਕਿਹੜੇ ਲੋਕ ਨੇ, ਬਟ ਇਹਨੂੰ ਜਿਹੜਾ ਲੇਅਰ ਜਿਹੜਾ ਭਰਮਾਇਆ ਸਭ ਦੇ ਲਈ, ਸਭ ਨੂੰ ਜਾਂਦਾ। ਸੋ ਇੰਟਰਨੈਸ਼ਨਲ ਜਿਹੜੀ ਮੋਬਿਲਿਟੀ ਪ੍ਰੋਗਰਾਮ ਹੈ, ਜਿਹਨੂੰ IMP ਕਹਿੰਦੇ ਨੇ, ਉਹ ਕੀ ਹੈ ਔਰ ਕਿਸ ਤਰ੍ਹਾਂ ਇਹ ਵਰਕ ਕਰਦਾ ਹੈ। ਤੁਸੀਂ ਕਿਵੇਂ ਕੈਨੇਡਾ ਦੇ ਵਿੱਚ ਵਰਕ ਪਰਮਿਟ ਲੈ ਸਕਦੇ ਹੋ ਜੇ ਤੁਸੀਂ ਐਲੀਜੀਬਲ ਹੋ, ਕਿਵੇਂ ਤੁਸੀਂ PR ਲੈ ਸਕਦੇ ਹੋ, ਤਾਂ ਉਹਦੇ ਬਾਰੇ 15 ਮਿੰਟ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਹੁੰਦਾ ਕੀ ਹੈ। ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਜਿਹੜਾ ਹੈ ਇਹ ਬਣਿਆ ਹੀ ਜਿਹੜੇ ਸਕਿਲਡ ਕੈਟਾਗਰੀ ਵਾਲਿਆਂ ਲਈ ਹੈ। ਆਮ ਤੌਰ 'ਤੇ ਇਹ ਕਿਹਾ ਜਾਂਦਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਜਾਣ ਦੇ ਲਈ ਤੁਹਾਡੀ ਕੋਈ ਏਜ ਮੈਟਰ ਨਹੀਂ ਕਰਦੀ, ਤੁਹਾਡੀ ਕੁਆਲੀਫਿਕੇਸ਼ਨ ਮੈਟਰ ਨਹੀਂ ਕਰਦੀ, LMI ਮੈਟਰ ਨਹੀਂ ਕਰਦਾ, ਜਿਹਨੂੰ ਆਪਾਂ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਕਹਿੰਦੇ ਆ, ਔਰ ਤੁਹਾਡੀ ਕੋਈ ਲੈਂਗੁਏਜ ਮੈਟਰ ਨਹੀਂ ਕਰਦੀ, ਤੁਹਾਡੀ ਐਜੂਕੇਸ਼ਨ ਮੈਟਰ ਨਹੀਂ ਕਰਦੀ, ਕਿ ਸਾਰੇ ਹੀ ਇਸ ਪ੍ਰੋਗਰਾਮ ਦੇ ਅੰਡਰ ਜਾ ਸਕਦੇ ਨੇ, ਵਰਕ ਪਰਮਿਟ ਲੈ ਸਕਦੇ ਨੇ ਔਰ PR ਲੈ ਸਕਦੇ ਨੇ, ਜਦ ਕਿ ਇਹ ਸਹੀ ਨਹੀਂ ਹੈ। ਖਾਸ ਜਿਹੜੇ ਪ੍ਰੋਗਰਾਮਸ ਨੇ ਉਹਨਾਂ ਵਿੱਚ ਹੀ ਲਿਆ ਜਾ ਸਕਦਾ। ਉਹ ਕਿਹੜੇ ਕਿਹੜੇ ਪ੍ਰੋਗਰਾਮਸ ਨੇ, ਤੁਹਾਨੂੰ ਇਹ ਅਵੇਅਰ ਕਰਨ ਦੇ ਲਈ ਵੀਡੀਓ ਹੈ। ਤੋ ਕੋਸ਼ਿਸ਼ ਇਹੀ ਰਹੇਗੀ ਕਿ ਇਸ ਨੂੰ ਲਾਸਟ ਤੱਕ ਦੇਖੋ, ਆਪਣੇ ਫਰੈਂਡਸ ਨੂੰ, ਆਪਣੇ ਰਿਲੇਟਿਵਸ ਨੂੰ ਇਹ ਸ਼ੇਅਰ ਕਰੋ, ਤਾਂ ਕਿ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦੇ ਵਿੱਚ ਜਿਹੜੇ ਲੋਕ ਫਸ ਜਾਂਦੇ ਨੇ, ਕਿਉਂਕਿ ਪ੍ਰੋਸੈਸ ਬਹੁਤ ਸ਼ਾਰਟ ਸਪੈਨ ਦਾ ਹੈ। 2 ਹਫ਼ਤਿਆਂ ਦੇ ਵਿੱਚ ਤੁਸੀਂ ਕੈਨੇਡਾ ਵਰਕ ਪਰਮਿਟ ਲੈ ਸਕਦੇ ਹੋ ਔਰ PR ਲੈ ਸਕਦੇ ਹੋ 1 ਸਾਲ ਬਾਅਦ। ਸੋ ਇਸ ਨੂੰ ਬੜੇ ਧਿਆਨ ਨਾਲ ਸੁਣਿਓ। ਸਭ ਤੋਂ ਪਹਿਲਾ ਜਿਹੜਾ ਪੁਆਇੰਟ ਉਹ ਇਹ ਹੈ ਕਿ ਜਦੋਂ ਤੁਸੀਂ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦੇ ਅੰਡਰ ਆਉਣਾ ਹੈ, ਤਾਂ ਸਭ ਤੋਂ ਪਹਿਲਾਂ ਜਿਹੜਾ ਕੈਨੇਡਾ ਦੇ ਵਿੱਚ ਇੰਪਲੋਇਰ ਹੈ, ਉਹ IRCC ਦਾ ਇੱਕ ਪੋਰਟਲ ਹੁੰਦਾ ਹੈ ਜਿਸ 'ਚ ਇੰਪਲੋਇਰ ਲੌਗਇਨ ਹੁੰਦਾ। ਉਹ ਜਿਹੜੇ ਕੈਨੇਡਾ ਦੇ ਇੰਪਲੋਇਰ ਨੇ ਉਹੀ ਲੌਗਇਨ ਕਰਨਗੇ, ਆਪਣੀ ਡਿਟੇਲ ਭਰਨਗੇ। $230 ਇੱਕ ਕੰਪਲਾਇੰਸ ਫੀਸ ਹੁੰਦੀ ਹੈ, ਉਹ ਡਿਪੋਜ਼ਿਟ ਕਰਾਉਣਗੇ। ਦੇਖੋ ਆਮ ਤੌਰ 'ਤੇ LMI ਦੀ ਫੀਸ ਜਿਹੜੀ ਹੈ ਉਹ $1000 ਹੁੰਦੀ ਹੈ। ਤੋ ਕਿੱਥੇ $1000 ਔਰ ਕਿੱਥੇ $230। ਇੰਪਲੋਇਰ ਨੇ ਫੀਸ ਭਰੀ $230 ਕਿਉਂਕਿ ਉਹਨੂੰ ਜ਼ਰੂਰਤ ਹੈ, ਉਹਨੂੰ ਆਲ ਓਵਰ ਵਰਲਡ ਲੋਕ ਨਹੀਂ ਮਿਲਦੇ ਪਏ। ਉਹਨੇ ਇੱਕ ਲੌਗਇਨ ਕ੍ਰੀਏਟ ਕੀਤਾ $230 ਦੇ ਕੇ। ਉਸ ਤੋਂ ਬਾਅਦ ਜਦੋਂ $230 ਡਿਪੋਜ਼ਿਟ ਕਰਾਤੇ, ਉਹਨੂੰ ਇੱਕ 7 ਡਿਜਿਟ ਦਾ ਐਪਲੀਕੇਸ਼ਨ ਨੰਬਰ ਮਿਲ ਜਾਏਗਾ ਇੰਪਲੋਇਰ ਨੂੰ, ਜਿਹਨੇ ਤੁਹਾਨੂੰ ਜੌਬ ਦੇਣੀ ਹੈ। ਜਦੋਂ 7 ਡਿਜਿਟ ਦਾ ਉਹਨੂੰ ਇੱਕ ਐਪਲੀਕੇਸ਼ਨ ਨੰਬਰ ਮਿਲ ਗਿਆ, ਉਸ ਤੋਂ ਬਾਅਦ ਉਹ ਤੁਹਾਨੂੰ ਜੌਬ ਆਫਰ ਦੇ ਸਕਦਾ। ਜੌਬ ਆਫਰ ਦੇਤੀ, ਉਸ ਤੋਂ ਬਾਅਦ ਇੱਕ ਲੈਟਰ ਆਫ ਇੰਟਰੋਡਕਸ਼ਨ ਹੁੰਦਾ, ਇਹ ਫਿਲ ਕਰਨਾ ਹੁੰਦਾ। ਲੈਟਰ ਆਫ ਇੰਟਰੋਡਕਸ਼ਨ ਹੀ ਸਮਝੋ ਕਿ ਇਹ ਵਰਕ ਪਰਮਿਟ ਹੈ। ਜਦੋਂ ਤੁਹਾਨੂੰ ਤੁਹਾਡਾ ਇੰਪਲੋਇਰ ਲੈਟਰ ਆਫ ਇੰਟਰੋਡਕਸ਼ਨ ਦਿੰਦਾ ਹੈ, ਤੁਸੀਂ ਇੱਥੋਂ ਵਿਜ਼ਟਰ ਵੀਜ਼ਾ ਲੈਣਾ। ਵਿਜ਼ਟਰ ਵੀਜ਼ਾ ਲੈ ਕੇ ਜਦੋਂ ਤੁਸੀਂ ਉੱਥੇ ਪਹੁੰਚਣਾ ਤੇ ਤੁਹਾਨੂੰ ਇਹ ਲੈਟਰ ਆਫ ਇੰਟਰੋਡਕਸ਼ਨ ਜਿਹੜਾ ਹੈ ਇਹ ਮਿਲਦਾ ਹੈ, ਔਰ ਤੁਹਾਨੂੰ ਔਨ ਦਾ ਸਪੌਟ ਵਰਕ ਪਰਮਿਟ ਮਿਲ ਜਾਂਦਾ ਹੈ। ਔਰ ਵਰਕ ਪਰਮਿਟ ਮਿਲਣ ਤੋਂ ਬਾਅਦ ਜੋ ਤੁਸੀਂ 1 ਸਾਲ ਕੰਮ ਕਰਦੇ ਹੋ, ਜਦੋਂ ਤੁਸੀਂ ਉੱਥੇ ਟੈਕਸ ਪੇ ਕਰਦੇ ਹੋ, ਤੁਹਾਡਾ ਸੋਸ਼ਲ ਇੰਸ਼ੋਰੈਂਸ ਨੰਬਰ, ਜਿਹਨੂੰ ਆਪਾਂ SIN ਨੰਬਰ ਕਹਿੰਦੇ ਆ, ਉਹ ਮਿਲ ਜਾਂਦਾ ਹੈ। ਅਤੇ ਤੁਸੀਂ CEC ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਅੰਡਰ ਤੁਸੀਂ ਆਪਣੀ PR ਵੀ ਫਾਈਲਿੰਗ ਕਰ ਸਕਦੇ ਹੋ। ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੈ ਇਹ ਫੈਡਰਲ ਗੌਰਮੈਂਟ ਅਤੇ ਪ੍ਰੋਵਿੰਸ਼ੀਅਲ ਗੌਰਮੈਂਟ, ਜਿਹੜੀ ਕਿ ESDC ਡਿਪਾਰਟਮੈਂਟ, ਜਿਵੇਂ ਮੈਂ ਆਮ ਤੌਰ 'ਤੇ ਕਹਿੰਦਾ ਹੁੰਦਾ ਕਿ ਇੰਪਲੋਇਮੈਂਟ ਸੋਸ਼ਲ ਡਿਵੈਲਪਮੈਂਟ ਆਫ ਕੈਨੇਡਾ, ਜਿਹਨੂੰ ESDC ਡਿਪਾਰਟਮੈਂਟ ਕਹਿੰਦੇ ਨੇ, ਇਹ ਦੋਨੋਂ ਹੀ ਦੇ ਕੋਲੈਬੋਰੇਸ਼ਨ ਦੇ ਨਾਲ ਇਹ ਸਿਸਟਮ ਚੱਲਦਾ ਹੈ, ਇਹ ਪ੍ਰੋਗਰਾਮ ਚੱਲਦਾ ਹੈ, ਜਿਹਨੂੰ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਕਹਿੰਦੇ ਨੇ।
ਹੁਣ ਕਿਹੜੇ ਜਿਹੜੇ ਲੋਕ ਨੇ ਇਸ ਪ੍ਰੋਗਰਾਮ 'ਚ ਆ ਸਕਦੇ ਨੇ? ਦੇਖੋ, ਸਭ ਖੁਸ਼ਖਬਰੀ ਤਾਂ ਹੈ ਹੀ ਹੈ, ਨੋ ਡਾਊਟ, ਕਿ ਜੇ ਤੁਹਾਡੇ ਕੋਲ ਆਇਲਸ ਨਹੀਂ ਹੈ, ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਤੁਹਾਡੀ ਏਜ 40, 45, 50 ਹੋ ਚੁੱਕੀ ਹੈ, ਘਬਰਾਉਣ ਦੀ ਲੋੜ ਨਹੀਂ ਹੈ। ਦੇਖੋ, ਮੇਨ ਆਮ ਤੌਰ 'ਤੇ ਆਪਾਂ ਡਰਦੇ ਹਾਂ ਏਜ ਤੋਂ ਜਾਂ LMI ਤੋਂ। ਦੂਜਾ, ਆਇਲਸ ਦੀ ਲੋੜ ਨਹੀਂ ਹੈ। ਦੇਖੋ, ਇਹ ਸਾਰਾ ਜਿਹੜੀ ਕੋਲੈਬੋਰੇਸ਼ਨ ਹੈ, ਇਹ ਜਿਹੜੀ ਸਾਰੀ ਗੱਲਾਂ ਨੇ, ਇਹ ਇੰਪਲੋਇਰ ਔਰ ਤੁਹਾਡੇ ਵਿੱਚ ਹੈ। ਇੰਪਲੋਇਰ ਨੂੰ ਹੀ ਚਾਹੀਦਾ ਕੁਛ ਨਹੀਂ, ਕਿਉਂਕਿ ਇਸ ਟਾਈਮ ਜਿਹੜਾ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਹੈ, ਇਹ ਕਿਉਂ ਬਣਾਇਆ ਗਿਆ? ਇਹ ਕਲਚਰ ਤੇ ਇਕਨੋਮਿਕਲ ਜਿਹੜੀ ਕੰਡੀਸ਼ਨਸ ਨੇ ਕੈਨੇਡਾ ਦੀਆਂ, ਉਹਨੂੰ ਇੰਪਰੂਵ ਕਰਨ ਦੇ ਲਈ, ਕਿ ਤੁਸੀਂ ਕੋਈ ਆਰਟਿਸਟ ਹੋ, ਤੁਸੀਂ ਪਰਫਾਰਮਰ ਹੋ, ਕੈਨੇਡਾ ਆ ਜਾਓ। ਤੁਸੀਂ ਇਕਨੋਮਿਕਲੀ ਇਹਨੂੰ ਡਿਵੈਲਪ ਕਰ ਸਕਦੇ ਹੋ, ਕੈਨੇਡਾ ਆ ਜਾਓ। ਹੁਣ ਇਹ ਇੰਪਲੋਇਰ ਨੇ ਦੇਖਣਾ ਕਿ ਉਹਨੂੰ ਜ਼ਰੂਰਤ ਹੈ। ਹੁਣ LMI ਦਾ ਪ੍ਰੋਸੈਸ ਬਹੁਤ ਲੈਂਥੀ ਹੁੰਦਾ, 3 ਮਹੀਨੇ ਤੋਂ ਲੈ ਕੇ 4 ਮਹੀਨੇ ਤੋਂ ਲੈ ਕੇ 6 ਮਹੀਨੇ ਤੱਕ LMI ਜਿਹੜੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਹੈ, ਜਿਹਨੂੰ ਆਪਾਂ ਵਰਕ ਪਰਮਿਟ ਕਹਿੰਦੇ ਆ, ਉਹ ਤੇ ਲੱਗ ਜਾਂਦੇ ਨੇ। ਹੁਣ ਇੰਪਲੋਇਰ ਨੂੰ ਜ਼ਰੂਰਤ ਹੈ ਅੱਜ ਕੱਲ੍ਹ ਦੇ ਵਿੱਚ 5-7-10 ਦਿਨਾਂ ਦੇ ਵਿੱਚ, ਔਰ ਉਹ ਕਿੱਥੇ 6-6 ਮਹੀਨੇ ਵੇਟ ਕਰੇਗਾ? ਤਾਂ ਇੱਕ ਇੰਪਲੋਇਰ ਨੂੰ ਇੱਕ ਵੈਪਨ ਦਿੱਤਾ ਕੈਨੇਡੀਅਨ ਗੌਰਮੈਂਟ ਨੇ, ਕਿ ਜੇ ਤੁਹਾਨੂੰ ਕੈਨੇਡਾ ਦੇ ਵਿੱਚ ਇੰਪਲੋਈ ਨਹੀਂ ਮਿਲਦਾ ਤਾਂ ਵੀ ਅਲਾਓ ਯੂ ਕਿ ਤੁਸੀਂ ਪੂਰੇ ਵਰਲਡ ਦੇ ਵਿੱਚੋਂ ਕਿਤੋਂ ਵੀ ਇੰਪਲੋਈ ਜਿਹੜਾ ਹੈ ਕੈਨੇਡਾ ਦੇ ਵਿੱਚ ਲਿਆ ਸਕਦੇ ਹੋ, ਪਰ ਕੰਡੀਸ਼ਨ ਇਜ਼ ਦੈਟ ਕਿ ਵਾਕਈ ਤੁਹਾਨੂੰ ਜ਼ਰੂਰਤ ਹੋਵੇ ਔਰ ਤੁਹਾਨੂੰ ਇਹ ਦੱਸਣਾ ਪੈਣਾ। ਇਹ ਨਹੀਂ ਕਿ ਛੋਟੀ ਮੋਟੀ ਕੰਪਨੀ ਹੈ, 2-4 ਲੋਕ ਉੱਥੇ ਰਹਿੰਦੇ ਨੇ ਔਰ ਕੰਮ ਹੀ ਸ਼ੁਰੂ ਕਰਤਾ ਕਿ ਜਿਹੜਾ ਮਰਜ਼ੀ ਉੱਥੇ ਆ ਕੇ ਇਸ ਕੰਪਨੀ ਨੂੰ ਜੁਆਇਨ ਕਰ ਲਵੇ। ਇਹ ਪੋਸੀਬਲ ਨਹੀਂ ਹੁੰਦਾ। ਸੋ ਹੁਣ ਕਿਹੜੇ ਜਾ ਸਕਦੇ ਨੇ? ਜਿਹੜੀ ਮੈਂ ਗੱਲ ਕੀਤੀ, ਏਜ ਫੈਕਟਰ ਇਹਦੇ ਵਿੱਚ ਇਨਵੋਲਵ ਨਹੀਂ ਹੁੰਦਾ, ਬਿਲਕੁਲ ਸਹੀ ਹੈ। LMI ਦੀ ਜ਼ਰੂਰਤ ਨਹੀਂ ਹੈ, ਬਿਲਕੁਲ ਸਹੀ ਹੈ। ਆਇਲਸ ਦੀ ਜ਼ਰੂਰਤ ਨਹੀਂ ਹੈ, ਬਿਲਕੁਲ ਸਹੀ ਹੈ। ਤੁਹਾਨੂੰ ਕੋਈ ਫੰਡ ਸ਼ੋਅ ਕਰਨ ਦੀ ਲੋੜ ਨਹੀਂ ਹੈ, ਬਿਲਕੁਲ ਸਹੀ ਹੈ। ਗਰਾਰੀ ਆ ਕੇ ਫਸਦੀ ਹੈ ਤੁਹਾਡੀ ਐਜੂਕੇਸ਼ਨ 'ਤੇ। ਆਮ ਤੌਰ 'ਤੇ ਜਦੋਂ ਆ ਜਿਹੜਾ ਫਰਾਡ ਦਾ ਕੰਮ ਚੱਲਦਾ ਨਾ, ਇਹ ਆਮ ਤੌਰ 'ਤੇ ਹੀ ਚੱਲਦਾ ਕਿ 8 ਪਾਸ ਹੋ, 10 ਪਾਸ ਹੋ, ਆ ਜਾਓ। ਸਭ ਤੋਂ ਵੱਡੀ ਪ੍ਰੋਬਲਮ ਇਹੀ ਹੁੰਦੀ ਹੈ। ਪਰ ਐਜੂਕੇਸ਼ਨ ਤੋਂ ਬਗੈਰ ਨਹੀਂ ਜਾ ਸਕਦੇ ਤੁਸੀਂ। ਹੁਣ ਐਜੂਕੇਸ਼ਨ ਕਿੰਨੀ ਚਾਹੀਦੀ ਹੈ, ਇਹ ਵੀ ਦੇਖਣਾ ਪੈਣਾ। ਦੇਖੋ, ਐਜੂਕੇਸ਼ਨ ਐਟਲੀਸਟ ਤੁਹਾਡੀ +2 ਹੋਣੀ ਚਾਹੀਦੀ ਹੈ। ਜਿਹੜੇ ਟੈਕਨੀਸ਼ੀਅਨ ਨੇ ਉਹ ਤਾਂ ਐਟਲੀਸਟ ਉਹਨਾਂ ਦਾ ਐਕਸਪੀਰੀਅੰਸ ਹੋਵੇ ਔਰ ਇੰਪਲੋਇਰ ਨੂੰ ਕਨਵਿੰਸ ਕਰਨ ਕਿ ਅਸੀਂ ਜਦੋਂ ਕੈਨੇਡਾ ਆਵਾਂਗੇ ਤੁਹਾਡੀ ਇਕਨੋਮਿਕਲ ਕੰਡੀਸ਼ਨਸ ਨੂੰ, ਤੁਹਾਡੀ ਕੰਪਨੀ ਨੂੰ ਅਸੀਂ ਡਿਵੈਲਪ ਕਰਾਂਗੇ। ਬਟ ਇੱਕ ਨੌਕ ਹੁੰਦਾ ਜਿਹਨੂੰ ਆਪਾਂ ਨੈਸ਼ਨਲ ਆਕੂਪੇਸ਼ਨ ਕਲਾਸੀਫਿਕੇਸ਼ਨ ਲਿਸਟ ਕਹਿੰਦੇ ਆ, ਉਹਦੇ ਵਿੱਚ OAB ਜਿਹੜੀ ਸਕਾਲਰ ਜੌਬ ਨੇ, ਜਿਹੜੀਆਂ ਕਿ ਵਾਈਟ ਕਾਲਰ ਜੌਬ ਹੁੰਦੀਆਂ ਨੇ, ਉਹੀ ਇਹਦੇ ਵਿੱਚ ਐਲੀਜੀਬਲ ਹੁੰਦੇ ਨੇ। ਹੁਣ ਜਿਹੜਾ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਹੈ, ਇਹਦੀ ਕੁੰਡੀ ਕੀ ਹੈ, ਇਹਦਾ ਵਿੱਚ ਮੇਨ ਪੁਆਇੰਟ ਕੀ ਹੈ, ਜਿਹੜਾ ਕਿ ਆਮ ਕੰਸਲਟੈਂਟ ਨਹੀਂ ਦੱਸਦੇ, ਉਹ ਇਹ ਹੈ ਕਿ ਤੁਸੀਂ ਜੇ LMI ਤੋਂ ਐਗਜ਼ੈਂਪਟਡ ਹੋ, LMI ਦੀ ਇੱਕ ਲਿਸਟ ਹੁੰਦੀ ਹੈ ਕਿ ਇਹਦੇ ਵਿੱਚ ਤੁਸੀਂ ਜਾ ਕੇ ਜੌਬ ਕਰ ਸਕਦੇ ਹੋ। ਉਹੀ ਲੋਕ ਜਿਹੜੇ ਕਿ LMI ਤੋਂ ਐਗਜ਼ੈਂਪਟਡ ਨੇ, ਜਿੱਥੇ ਕਿ LMI ਦੀ ਜ਼ਰੂਰਤ ਨਹੀਂ ਹੈ, ਉਹੀ ਜਾ ਸਕਦੇ ਨੇ। ਦੇਖੋ, ਆਮ ਤੌਰ ਤੇ ਜਿਹੜੇ ਕੰਸਲਟੈਂਟ ਨੇ ਜਾਂ ਏਜੰਟ ਨੇ, ਜਿਹੜੇ ਕਿ ਇਹ ਸੋਚਦੇ ਕਿ ਵੀ 8-10 ਲੱਖ ਰੁਪਈਆ ਇੱਕ ਕਲਾਇੰਟ ਤੋਂ ਕਮਾ ਲਓ, ਤਾਂ ਇਹ ਬਹੁਤ ਗਲਤ ਗੱਲ ਹੈ। ਦੇਖੋ, ਇਹਦੀ ਕੋਈ ਖਾਸ ਫੀਸ ਹੈ ਹੀ ਨਹੀਂ। ਫੀਸ ਤਾਂ ਭਰ ਰਿਹਾ ਇੰਪਲੋਇਰ ਉੱਥੋਂ ਦਾ, ਤੁਸੀਂ ਤਾਂ ਕੋਈ 1 ਰੁਪਇਆ ਨਹੀਂ ਭਰਿਆ। ਔਰ ਪੈਸਾ ਕਿੰਨਾ ਲੈ ਗਿਆ ਕਿ ਸਰ 5 ਲੱਖ ਦੇ ਦਿਓ, 2 ਲੱਖ ਦੇ ਦਿਓ। ਮੈਂ ਕਹਿੰਦਾ 50,000 ਰੁਪਇਆ ਲੈਣਾ ਵੀ ਮਾੜਾ ਇਸ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦੇ ਵਿੱਚ, ਕਿਉਂਕਿ ਸਾਰੇ ਫ੍ਰੀ ਆਫ ਕਾਸਟ ਹੈ। ਜੇ ਸਾਰਾ ਕੰਮ ਹੀ ਇੰਪਲੋਇਰ ਕਰ ਰਿਹਾ, ਉਹਨੂੰ ਜ਼ਰੂਰਤ ਹੈ ਤੁਹਾਡੀ। ਜਿਵੇਂ ਮੈਂ ਗੱਲ ਕੀਤੀ ਹੈ ਕਿ ਕੈਨੇਡਾ ਦੇ ਵਿੱਚ ਜਾਂ ਸ਼ੈਂਗਨ ਕੰਟਰੀ ਦੇ ਵਿੱਚ ਜਿਹੜੇ ਕਿ ਇੰਪਲੋਇਰ ਨੂੰ ਜ਼ਰੂਰਤ ਹੁੰਦੀ ਹੈ, ਤੁਹਾਡੇ ਕੋਲੋਂ ਪੈਸਾ ਮੰਗਦੀ ਨਹੀਂ। ਆਪਣੇ ਕੋਲੋਂ $230 $230 ਆਪਣੇ ਕੋਲੋਂ ਆਪਣੀ ਪਾਕਟ 'ਚੋਂ ਪੇ ਕਰਕੇ ਤੁਹਾਨੂੰ ਬੁਲਾ ਰਹੇ ਆ, ਤਾਂ ਫਿਰ ਤੁਹਾਨੂੰ ਪੈਸਾ ਦੇਣ ਦੀ ਕੀ ਲੋੜ ਹੈ? ਸੋ ਕਹਿਣ ਦਾ ਮਕਸਦ ਇਹ ਹੈ ਕਿ LMI ਤੋਂ ਜਿਹੜੇ ਐਗਜ਼ੈਂਪਟਡ ਨੇ ਉਹੀ ਜਾ ਸਕਦੇ ਨੇ, ਪਹਿਲਾ ਪੁਆਇੰਟ। ਦੂਜਾ ਪੁਆਇੰਟ, ਜਿਹੜੇ ਨੈਸ਼ਨਲ ਆਕੂਪੇਸ਼ਨ ਕਲਾਸੀਫਿਕੇਸ਼ਨ ਦੀ ਲਿਸਟ OAB ਚਾਹੁੰਦੇ ਨੇ, ਉਹੀ ਜਾ ਸਕਦੇ ਨੇ। ਹਾਂ, ਇਹਦੇ ਵਿੱਚ ਸਭ ਤੋਂ ਜਿਹੜਾ ਵਧੀਆ ਪੁਆਇੰਟ ਪਤਾ ਕੀ ਹੈ, ਜਿਹੜਾ ਮੇਰੇ ਖਿਆਲ ਦੇ ਵਿੱਚ ਇਹ ਬਹੁਤ ਸੁਣ ਕੇ ਤੁਹਾਨੂੰ ਖੁਸ਼ੀ ਹੋਏਗੀ, ਉਹ ਇਹ ਹੈ ਕਿ ਜਿੰਨੇ ਵੀ ਲੋਕ ਲੇਡੀਜ਼ ਅਤੇ ਜੈਂਟਸ ਜਿਹੜੇ ਨੈਨੀ ਦਾ ਕੋਰਸ ਕੀਤਾ ਹੈ, ਉਹ ਸਾਰੇ ਐਲੀਜੀਬਲ ਨੇ। ਦੇਖੋ, ਨੈਨੀ ਦੇ ਲਈ ਕਿਉਂਕਿ ਉੱਥੇ ਆਮ ਤੌਰ 'ਤੇ ਕਿਉਂਕਿ ਸਾਰੇ ਹੀ ਵਰਕਿੰਗ ਨੇ ਔਰ ਬਹੁਤ ਲੋੜ ਪੈਂਦੀ ਹੈ ਟੇਕ ਕੇਅਰ ਕਰਨ ਦੇ ਲਈ ਬਜ਼ੁਰਗਾਂ ਨੂੰ, ਬੱਚਿਆਂ ਨੂੰ, ਅਤੇ ਜਿਨ੍ਹਾਂ ਨੇ ਨੈਨੀ ਦਾ ਕੋਰਸ ਕੀਤਾ ਹੋਇਆ ਔਰ ਜੇ ਇੰਪਲੋਇਰ ਨੂੰ ਜ਼ਰੂਰਤ ਹੈ ਕਿ ਤੁਸੀਂ ਕੈਨੇਡਾ 'ਚ ਆ ਕੇ ਉਹਨਾਂ ਦਾ ਘਰ ਪਰਿਵਾਰ ਟੇਕ ਕੇਅਰ ਕਰ ਸਕਦੇ ਹੋ, ਤਾਂ ਇਹ ਪ੍ਰੋਗਰਾਮ ਬਹੁਤ ਹੀ ਖੂਬਸੂਰਤੀ ਨਾਲ ਉਹ ਯੂਟੀਲਾਈਜ਼ ਕਰ ਸਕਦੇ ਨੇ। ਜਾਂ ਇੱਕ ਹੋਰ ਵਧੀਆ ਗੱਲ ਇਹ ਹੈ ਕਿ ਜਿਹੜੇ ਏਅਰਲਾਈਨਸ ਦਾ ਸਟਾਫ ਹੈ, ਜਿਵੇਂ ਜਾਂ ਕੋਈ ਮੇਨਟੇਨੈਂਸ ਦੇ ਵਿੱਚ ਹੈ ਜਾਂ ਕੋਈ ਸਿਕਿਉਰਿਟੀ ਦੇ ਵਿੱਚ ਹੈ ਜਾਂ ਕੋਈ ਮੈਨੇਜਮੈਂਟ ਦੇ ਵਿੱਚ ਹੈ, ਤਾਂ ਉਹ ਇਸ ਪ੍ਰੋਗਰਾਮ ਨੂੰ
ਅਵੇਲ ਕਰ ਸਕਦੇ ਨੇ। ਔਰ ਤੀਜੀ ਸਭ ਤੋਂ ਵਧੀਆ ਪੁਆਇੰਟ ਜਿਹੜਾ ਕਿ ਆਮ ਤੌਰ ਕੋਈ ਦੱਸਦਾ ਨਹੀਂ, ਉਹ ਹੈ ਇੰਟਰਾ ਕੰਪਨੀ ਟ੍ਰਾਂਸਫਰ। ਇੰਟਰਾ ਕੰਪਨੀ ਟ੍ਰਾਂਸਫਰ ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਇਨਸਾਨ ਹੈ, ਇੱਕ ਪਰਸਨ ਹੈ ਜਾਂ ਇੱਕ ਇੰਪਲੋਇਰ ਹੈ ਜਿਹਦਾ ਇੱਥੇ ਇੱਕ ਆਫਿਸ ਹੈ ਇੰਡੀਆ 'ਚ, ਅਤੇ ਇੱਕ ਉਹਦਾ ਆਫਿਸ ਹੈ ਕੈਨੇਡਾ ਦੇ ਵਿੱਚ, ਅਤੇ ਇੰਪਲੋਏ ਇੱਥੇ ਕੰਮ ਕਰ ਰਿਹਾ, ਮੰਨ ਲਓ ਉਹਦਾ ਪੰਜਾਬ 'ਚ ਕੰਮ ਕਰ ਰਿਹਾ ਜਾਂ हैदराबाद काम कर रहा है या मद्रास काम कर रहा है, तो उन्होंने कैनेडा दे विच उस बंदे की जरूरत है तो इंट्रा कंपनी ट्रांसफर लै सकता है। तो विद इन 2 वीक्स ये सारा प्रोसैस 2 हफ्तियां का है। कैन यू इमेजिन, तुहानूं 6-6 महीने वेट करने की लोड़ नहीं पैंदी, बट अवेयर होवोगे तां ही गल बननी है। अदरवाइज मैं नहीं समझदा कि ये हरेक लिए प्रोग्राम है और भरमाया और लियोर हर एक नूं कीता जांदा है कि इंटरनेशनल मोबिलिटी प्रोग्राम आ गया, ये हुणे हुणे आया, बस इन्हें बंद हो जाना, फटाफट भज लो, रुपया दिओ 5 लाख तुहानूं असीं वर्क परमिट लै दिंदे आ। लोकी तां 25-25 लाख लैंदे जी, तुहानूं तां पढ़े लिखे नहीं है, कोई गल नहीं हैगी जी, फंड नहीं शो करने जी, तुसीं LMI की लोड़ नहीं हैगी जी, कोई ऐसी लोड़ नहीं, चलो फटाफट। उन्हें एक ऐसा हाइप क्रिएट करते हैं जिहदे विच आम तौर पर जिहड़े भोले भाले लोग ने वो फस जाते हैं। सो ये जिहड़ा सैशन 15 मिनट का है, ये सिर्फ उन्हां लई है जिहड़े कि इंटरनेशनल ਜਿਹੜਾ ਮੋਬਿਲਿਟੀ ਪ੍ਰੋਗਰਾਮ ਤੋਂ ਬਹੁਤ ਜ਼ਿਆਦਾ ਇੰਪ੍ਰੈਸ ਨੇ। ਇੰਪ੍ਰੈਸ ਕੋਈ ਜ਼ਿਆਦਾ ਹੋਣ ਦੀ ਲੋੜ ਨਹੀਂ, ਜਦੋਂ ਤੁਸੀਂ ਇੰਪ੍ਰੈਸ ਹੁੰਦੇ ਹੋ ਨਾ, ਪੰਗਾ ਉਦੋਂ ਹੀ ਪੈਂਦਾ, ਤੁਸੀਂ ਉਦੋਂ ਹੀ ਪੈਸੇ ਦੇਣ ਨੂੰ ਤਿਆਰ ਹੋ ਜਾਂਦੇ ਹੋ। ਤਾਂ ਇੰਪ੍ਰੈਸ ਹੋਣ ਦੀ ਲੋੜ ਨਹੀਂ ਹੁੰਦੀ, ਤੁਸੀਂ ਅਸਲੀਅਤ ਦੇਖੋ, ਐਕਚੁਅਲਿਟੀ ਦੇਖੋ ਕਿ ਇਹਦੇ ਵਿੱਚ ਇਹ ਕਿੱਦਾਂ ਵਰਕ ਕਰਦਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤੁਹਾਡੀ ਏਜ ਫੈਕਟਰ ਦਾ ਕਾਊਂਟ ਨਹੀਂ ਹੁੰਦਾ, LMA ਜ਼ਰੂਰਤ ਨਹੀਂ ਹੈ, ਆਈਲੈਟਸ ਦੀ ਜ਼ਰੂਰਤ ਨਹੀਂ ਹੈ, ਫੰਡ ਜ਼ਰੂਰਤ ਨਹੀਂ ਹੈ, ਬਟ ਐਜੂਕੇਸ਼ਨ ਦੀ ਜ਼ਰੂਰਤ ਹੈ ਨਾ। ਹੁਣ ਨੌਕ ਦੇ OAB ਬੇਸਡ ਔਨ ਐਜੂਕੇਸ਼ਨ ਹੈ। ਤੁਸੀਂ ਇੰਜੀਨੀਅਰ ਹੋ, ਤੁਸੀਂ ਕੰਪਿਊਟਰ ਇੰਜੀਨੀਅਰ ਹੋ, ਜਾਂ ਤੁਸੀਂ ਕੋਈ ਟੈਕਨੀਕਲ ਕੰਮ ਕਰਦੇ ਹੋ, ਕੋਈ ਕੰਸਟਰਕਸ਼ਨ ਦਾ ਕੰਮ ਕਰਦੇ ਹੋ, ਕੋਈ ਟੈਕਨੀਸ਼ੀਅਨ ਹੋ, ਤਾਂ ਹੀ ਜਾ ਸਕਦੇ ਹੋ। ਹੁਣ ਆਮ ਤੌਰ 'ਤੇ ਇੱਕ ਅਨਪੜ੍ਹ ਬੰਦਾ ਜਾ ਹੀ ਨਹੀਂ ਸਕਦਾ। ਸੋ ਜਿਹੜੇ ਨੋ ਐਜੂਕੇਸ਼ਨ ਕਹਿ ਕੇ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਵੇਚਦੇ ਨੇ, ਮੈਂ ਉਹਨਾਂ ਲਈ ਇਹ ਵੀਡੀਓ ਬਣਾ ਰਿਹਾ ਕਿ ਪਲੀਜ਼ ਇਸ ਤਰ੍ਹਾਂ ਨਾ ਕਰੋ। ਜਿਹੜੇ ਸਾਡੇ ਹਿੰਦੁਸਤਾਨੀ ਨੇ, ਜਿਹੜੇ ਸਾਡੇ ਇੰਡੀਅਨਸ ਨੇ, ਉਹ ਖੈਰ ਸਾਰੇ ਅਸੀਂ ਇੱਕੋ ਹੀ ਪਰਿਵਾਰ ਦੇ ਹਾਂ, ਤਾਂ ਅਸੀਂ ਵਾਈ ਨਾਟ ਟੂ ਐਜੂਕੇਟ ਦ ਪੀਪਲ, ਅਸੀਂ ਉਹਨਾਂ ਨੂੰ ਐਜੂਕੇਟ ਕਰੀਏ ਔਰ ਕਿਸੇ ਦੇ ਜੇਬ ਦੇ ਵਿੱਚ ਐਸਾ ਡਾਕਾ ਨਾ ਪਾਈਏ ਕਿ ਜਿਹਦੇ ਵਿੱਚ ਉਹਨਾਂ ਤੋਂ ਲੱਖਾਂ ਰੁਪਈਆ ਅਸੀਂ ਕਮਾ ਲਈਏ। ਉਹ ਲੱਗਣਾ ਫਿਰ ਵੀ ਹਸਪਤਾਲਾਂ 'ਤੇ ਹੀ ਹੈ ਔਰ ਗਲਤ ਚੀਜ਼ਾਂ 'ਤੇ ਹੀ ਹੈ। ਜਦੋਂ ਆਪਾਂ ਕਿਸੇ ਧੋਖੇ ਦੇ ਨਾਲ ਪੈਸਾ ਕਮਾਉਂਦੇ ਹਾਂ ਤਾਂ ਉਹ ਜ਼ਿਆਦਾ ਰਾਸ ਨਹੀਂ ਆਉਂਦਾ। खैर ये एक फिलोसफी गल होंदी है, बट जे मैं टैक्नीकल गल करा, अवेयरनेस की गल करा, तो ये 15 मिनट की वीडियो तुसी बार बार सुन सकते हो। इंटरनेशनल मोबिलिटी प्रोग्राम बारे मैं आलमोस्ट सारा दसता होया और मैनूं लगता नहीं कि कोई रह गया होगा। हाँ, आलमोस्ट मैं सारा कुछ कवर करता। सो साडी कोशिश हमेशा ही होंदी है कि माई वीज़ा ओवरसीज़ ने इमीग्रेशन और माइग्रेशन का जिहड़ा असीं ये काम कर रहे हैं। देखो, मैं माई वीज़ा ओवरसीज़ बीइंग ए डायरैक्टर, ਅਸੀਂ ਵਰਕ ਪਰਮਿਟ ਨਹੀਂ ਕਰਦੇ, ਅਸੀਂ PR ਦਾ ਕੇਸ ਨਹੀਂ ਲੈਂਦੇ, ਬਟ ਅਵੇਅਰ ਕਰਨਾ ਬਹੁਤ ਜ਼ਰੂਰੀ ਹੈ। ਹੁਣ ਮੈਨੂੰ ਕੋਈ ਫੋਨ ਆਉਂਦਾ ਕਿ ਸਰ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਮੋਸ਼ਨ ਲੈ ਆਓ, ਸਰ ਤੋਂ ਲੱਖ ਰੁਪਏ ਲੈ ਲਓ। ਕਿਉਂ ਲਈਏ ਲੱਖ ਰੁਪਈਆ? ਮਕਸਦ ਹੀ ਕੋਈ ਨਹੀਂ ਹੈਗਾ ਲੱਖ ਰੁਪਏ ਲੈਣ ਦਾ। ਲੋਕ ਤਾਂ ਪੈਸਾ ਲੈ ਲੈ ਕੇ ਪਿੱਛੇ ਭੱਜਦੇ ਕਿ ਸਰ ਸਾਡਾ ਕੰਮ ਕਰਵਾ ਦਿਓ, ਬਟ ਵਾਈ? जिस चीज़ लिए असी ऑथराइज ही नहीं हाँ, वो असी पैसा क्यों फड़िए? और ये जो काम है ये ICCRC जोड़े मैंबर ने या RCIC कंसलटेंट है, उन्होंने तो कराओ। आम तौर पर जिन्हों को लाइसेंसड लोकल लाइसेंस ने, जिवें साडे कोल पंजाब का लोकल लाइसेंस है, असीं लुधियाने च हैगे आ, साडे कोल लाइसेंस लोकल है, असी ना वर्क परमिट कर सकते हैं ना PR कर सकते हैं। और जिवें असी हैगे ऐदां ही 17,000 के करीब कंसलटेंट पूरे पंजाब च है। अनटिल और अनलैस वो ICCRC मैंबर ने, RCIC कंसलटेंट ने, उन्होंने को तुसीं काम करवाओ और वो तुहाडे तो ਲੱਖਾਂ चार्ज नहीं करनगे। ये मैं तुहानूं दावा करदा वां। बहुत वधिया कंसलटेंट बैठे पंजाब दे विच जिहड़े कि तुहाडी हैल्प करन नूं तैयार ने, बट असीं जाण बुੱਝ के इस ऐसे कंसलटेंट दे कोल चले जांदे आ कि जिन्होंने नॉलेज नहीं होंदी। इंटरनेशनल मोबिलिटी प्रोग्राम का ना ही पहले भी सुनिया होंदा है, बस कहते कि हाँ भी ये हुण मुर्गा आ गया, वढ लो तो रुपया 50,000 लाख रुपया कमा लो। इस तरह की जी सोच ने वो ज़्यादा देर तक नहीं टिकती, पर असीं उन्होंने लेयर करते हैं कि कोई गल नहीं, सारे तो पैसा कमा लो और सानू किसी पासे धक दो, जिहड़ा कि बहुत एक गलत सोच है। सो समा भी इजाज़त नहीं होता। 15 मिनट का सैशन है और आलमोस्ट 15 मिनट हो गए ने। और जो नैक्सट सैशन होएगा, नैक्सट सैशन के फिर वही दिक्कतां आंदियां ने कि सर सानू बाहर भेज दिओ किसी भी तरीके नाल। देखो, तुसीं कैनेडा जा सकते हो, 10 तरीके ने मिनीमम मेरे दिमाग दे विच जी तुसीं तुहानूं PR मिल सकती है 10 तरीकों के नाल, जिहड़ा कि मैं लास्ट टाइम तुहानूं दस्सिया भी सी। नैक्सट टाइम कैनेडा दे विच तुसीं किवें ईजली लैंड कर सकते हो। मैं इस जिहड़ा नैक्सट टाइम सैशन होएगा ना, ये 18 साल के व्यूअर्स तो लैके 60 साल के व्यूअर्स तक होएगा कि 18 साल के एक बच्चे तो एक
ਬੇਟੇ ਤੋਂ ਬੇਟੀ ਤੋਂ ਲੈ ਕੇ ਇੱਕ 60 ਸਾਲ ਦਾ ਜਿਹੜੇ ਬਜ਼ੁਰਗ ਨੇ ਸਾਡੇ ਮਾਤਾ ਪਿਤਾ ਨੇ, ਉਹ ਕਿਵੇਂ ਕੈਨੇਡਾ ਦੇ ਵਿੱਚ ਜਾ ਕੇ ਉੱਥੇ ਰਹਿ ਸਕਦੇ ਨੇ। ਔਰ ਬਾਕੀ ਦੇਖੋ ਉੱਥੇ ਮਾਈਗ੍ਰੇਸ਼ਨਸ ਔਰ ਇਮੀਗ੍ਰੇਸ਼ਨ ਦੇ ਕੀ ਰੂਲਸ ਨੇ ਉਹ ਤੁਸੀਂ ਆਪ ਫੋਲੋ ਕਰਨੇ ਨੇ। ਬਟ ਤਰੀਕਾ ਸਹੀ ਜਾਣ ਦਾ ਕੀ ਆ, ਔਰ ਮੈਂ ਤੁਹਾਨੂੰ ਇਹ ਬਲੀਵ ਕਰਿਓ ਕਿ 10,000 ਹੱਦ 20,000, ਇਸ ਤੋਂ ਵੱਧ ਖਰਚੇ ਨਹੀਂ ਆਉਂਦੇ ਜਿਹੜੇ ਸਰਵਿਸ ਚਾਰजेस ਨੇ। ਜੇ ਕਹੋ ਕਿ 5 ਲੱਖ ਲੈ ਲਓ, 10 ਲੱਖ ਲੈ ਲਓ, ਸਾਨੂੰ LMA ਕਰਾ ਦਿਓ, ਸਾਨੂੰ PR ਕਰਾ ਦਿਓ, ਇੱਥੋਂ ਹੋ ਜਾਵੇ ਉੱਥੇ ਜਾ ਕੇ ਹੋ ਜਾਵੇ, ਮਤਲਬ ਤੁਸੀਂ ਜੋ ਤਿਕੜਮਬਾਜ਼ੀ ਲੜਾਉਂਦੇ ਹੋ ਕਿ ਵੀ ਕਿਸੇ ਦੇ ਕਹਿਣਾ ਕੈਨੇਡਾ ਪਹੁੰਚ ਜਾਈਏ, ਉਸ ਤੋਂ ਬਚ ਕੇ ਜੇ ਤੁਸੀਂ ਨੈਕਸਟ ਟਾਈਮ ਜਿਹੜਾ ਮੈਂ 29 ਅਪ੍ਰੈਲ ਫਰਾਈਡੇ ਨੂੰ at 5 o'clock ਜਿਹੜਾ ਮੈਂ ਸੈਸ਼ਨ 'ਤੇ ਆਪਾਂ ਲਾਈਵ ਹੋਵਾਂਗੇ, ਉਹਦੇ ਵਿੱਚ ਮੈਂ ਤੁਹਾਨੂੰ ਮੈਕਸਿਮਮ ਜਿਹੜੇ ਵੇਜ਼ ਨੇ ਕੈਨੇਡਾ ਜਾਣ ਦੱਸਾਂਗਾ ਕਿ ਤੁਸੀਂ ਸਟੱਡੀ ਵੀਜ਼ਾ ਤੋਂ ਲੈ ਕੇ, ਵਿਜ਼ਟਰ ਵੀਜ਼ਾ ਤੋਂ ਲੈ ਕੇ, ਵਰਕ ਪਰਮਿਟ ਤੋਂ ਲੈ ਕੇ, PR ਤੋਂ ਲੈ ਕੇ ਤੁਸੀਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਕਿਵੇਂ ਜਾ ਸਕਦੇ ਹੋ, ਤੁਸੀਂ AIPP ਕਿਵੇਂ ਜਾ ਸਕਦੇ ਹੋ, ਤੁਸੀਂ ਕੋਈ ਸਸਕੈਚੁਅਨ, ਮੈਨੀਟੋਬਾ ਜਾਂ ਅਲਬਰਟਾ ਦੇ ਪ੍ਰੋਗਰਾਮ 'ਚ ਕਿਵੇਂ ਜਾ ਸਕਦੇ ਹੋ। ਦੇਰ ਆਰ ਸੋ ਮੈਨੀ ਪ੍ਰੋਗਰਾਮਸ। ਐਕਸਪ੍ਰੈਸ ਐਂਟਰੀਜ਼ ਕਿਵੇਂ ਜਾ ਸਕਦੇ ਹੋ, ਤੁਹਾਡੀ ਕਿਵੇਂ CRS ਤੁਹਾਡੀ ਜਿਹੜੀ ਕਾਊਂਟਿੰਗ ਹੈ ਉਹ ਕਿਵੇਂ ਹੋਏਗੀ, ਤੁਹਾਡੇ ਪੁਆਇੰਟ ਕਿਵੇਂ ਗਿਣੇ ਜਾਂਦੇ ਨੇ, ਤੁਹਾਨੂੰ ਸਪੋਜ਼ LMA ਮਿਲਦੀ ਹੈ ਉਹ 50 ਪੁਆਇੰਟ ਤੋਂ ਲੈ ਕੇ 200 ਪੁਆਇੰਟ ਤੱਕ ਕਿਵੇਂ ਤੁਹਾਡੀ ਫਾਈਲ ਨੂੰ ਬੂਸਟ ਕਰੇਗੀ। ਦੇਰ ਆਰ ਸੋ ਮੈਨੀ ਵੇਜ਼ ਟੂ ਗੋ ਟੂ ਕੈਨੇਡਾ। ਸੋ ਨੈਕਸਟ ਟਾਈਮ 29 ਅਪ੍ਰੈਲ ਫਰਾਈਡੇ ਨੂੰ 5 o'clock ਮੈਂ ਤੁਹਾਡੇ ਨਾਲ ਫਿਰ ਜੁੜਾਂਗਾ, ਇਸੇ ਹੀ ਟੌਪਿਕ 'ਤੇ ਆਪਾਂ ਗੱਲ ਕਰਾਂਗੇ। ਤਦ ਤੱਕ ਦਿਓ ਮੈਨੂੰ ਇਜਾਜ਼ਤ। ਤੁਹਾਡਾ ਬਹੁਤ ਬਹੁਤ ਥੈਂਕਸ ਮੇਰੇ ਨਾਲ ਲਾਈਵ ਹੋਣ ਦੇ ਲਈ। ਸ਼ੁਕਰੀਆ।